ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਡਡਿਆਣਾ ਲੈ ਕੇ ਹਾਜ਼ਰ ਹਾਂ ਆਪਣੀ ਸਵੈ ਲਿਖਤ ਕਹਾਣੀ ਦੌਣ। ਆਲੇ ਦੁਆਲੇ ਵੇਖ ਕੇ ਜਿਵੇਂ ਮੈਂ ਕੋਈ ਚੋਰੀ ਕਰ ਰਿਹਾ ਹੋਵਾਂ। ਖਸਤਾ ਹਾਲ ਹੋਈ ਰੱਸੀ ਦਾ ਵਲ ਮੰਜੇ ਦੇ ਸੇਰਵੇ ਨਾਲ ਮਾਰ ਕੇ ਮੈਂ ਉੱਤੇ ਦਰੀ ਸਿੱਧੀ ਕਰ ਦਿੱਤੀ। ਬਿਸਤਰਾ ਸਿੱਧਾ ਜਿਹਾ ਹੋ ਗਿਆ ਅਤੇ ਉੱਤੇ ਇੰਜ ਪਰਦਾ ਕੱਜਿਆ ਗਿਆ ਜਿਵੇਂ ਹੇਠਾਂ ਵੀ ਸਭ ਠੀਕ ਹੀ ਹੋਵੇ। ਮੇਰੇ ਮਨ ਨੂੰ ਤਸੱਲੀ ਹੋਈ ਅਤੇ ਮੈਂ ਰੇੜਾ ਜੋੜ ਕੇ ਕੱਖ ਲੈਣ ਖੇਤਾਂ ਵੱਲ ਜਾਣ ਲਈ ਤੁਰਨ ਹੀ ਲੱਗਾ ਸੀ। ਦੌਣ ਲਿਆ ਕੇ ਪਾ ਦਿੰਦੇ ਪਹਿਲਾਂ ਮੰਜੇ ਵਿੱਚ, ਪਿੱਛੋਂ ਘਰ ਵਾਲੀ ਦੀ ਆਵਾਜ਼ ਸੁਣਾਈ ਦਿੱਤੀ। ਕਿੱਥੇ ਖੁੱਲ੍ਹੀ ਹੋਣੀ ਆ ਅਜੇ ਦੁਕਾਨ, ਲਾਲਾ ਨਹੀਂ ਆਉਂਦਾ ਇੰਨੇ ਸਾਜਰੇ। ਮੈਂ ਕਿਹਾ, ਦੇਖ ਤਾਂ ਆਉਂਦੇ, ਕਈ ਵਾਰ ਇੱਥੇ ਹੀ ਹੁੰਦਾ ਹੈ ਰਾਤ ਨੂੰ। ਘਰ ਵਾਲੀ ਫੇਰ ਬੋਲੀ। ਮੈਂ ਰੇੜੇ ਤੋਂ ਵੱਖ ਕਰਕੇ ਬੱਚਾ ਫਿਰ ਖੁਰਲੀ ਨਾਲ ਬੰਨ੍ਹ ਦਿੱਤਾ ਅਤੇ ਲਾਲੇ ਦੀ ਦੁਕਾਨ ਵੱਲ ਚੱਲ ਪਿਆ। ਮੈਨੂੰ ਪਿੱਛੋਂ ਉਹਦੀ ਆਵਾਜ਼ ਸੁਣੀ। ਮੇਰੇ ਲਈ ਕੰਮ ਫੇਰ ਵਧਾਤਾ। ਇੱਕ ਵਾਰ ਮਸਾਂ ਇਕੱਠੇ ਕਰਦੀਆਂ ਬਿਸਤਰੇ, ਇਹਨੇ ਫੇਰ ਵਿਛਾਤਾ। ਇਹਨੂੰ ਨਹੀਂ ਅਕਲ ਆਉਣੀ ਰੱਬ ਦੇ ਬੰਦੇ। ਉਹ ਮੇਰੇ ਵਿਛਾਏ ਬਿਸਤਰੇ ਨੂੰ ਇਕੱਠਾ ਕਰਦੀ ਬੁੜਬੁੜ ਕਰ ਰਹੀ ਸੀ। ਅੱਗੇ ਜਾ ਕੇ ਵੇਖਿਆ ਤਾਂ ਦੁਕਾਨ ਅਜੇ ਖੁੱਲ੍ਹੀ ਨਹੀਂ ਸੀ। ਮੈਂ ਵਾਪਸ ਘਰ ਵੱਲ ਮੁੜ ਪਿਆ। ਵਾਪਸ ਆਇਆ ਤਾਂ ਘਰ ਵਾਲੀ ਸ਼ਾਇਦ ਮੈਨੂੰ ਹੀ ਉਡੀਕ ਰਹੀ ਸੀ। ਕੀ ਗੱਲ, ਆਇਆ ਨਹੀਂ ਅਜੇ ਲਾਲਾ? ਖੁੱਲ੍ਹੀ ਨਹੀਂ ਹੱਟੀ? ਘਰ ਵਾਲੀ ਨੇ ਪੁੱਛਿਆ। ਨਹੀਂ, ਅਜੇ ਨਹੀਂ ਆਇਆ। ਮੈਂ ਕਿਹਾ ਤਾਂ ਥਾ ਕਿ ਇੰਨੇ ਸਾਜਰੇ ਨਹੀਂ ਆਉਂਦਾ ਲਾਲਾ, 10 ਵਜੇ ਤੋਂ ਬਾਅਦ ਹੀ ਆਉਂਦਾ, ਮੈਂ ਜਵਾਬ ਦਿੱਤਾ। ਮੈਂ ਰੋਜ਼ ਕਹਿੰਦੀ ਹਾਂ ਕਿ ਸ਼ਾਮ ਨੂੰ ਲਿਆ ਕੇ ਰੱਖ ਲਓ ਦੌਣ, ਪਰ ਮੇਰੀ ਕਿਹੜੇ ਮੰਨਦਾ ਕੋਈ? ਘਰ ਵਾਲੀ ਖਿਝ ਕੇ ਬੋਲੀ। ਮੈਂ ਉਸ ਦੀ ਗੱਲ ਅਣਸੁਣੀ ਕਰਕੇ ਦੁਬਾਰਾ ਰੇੜਾ ਜੋੜ ਕੇ ਖੇਤ ਵੱਲ ਨੂੰ ਤੁਰ ਪਿਆ। ਖੇਤ ਵਿੱਚ ਕੰਮ ਕਰਦਿਆਂ ਵੀ ਮੇਰੇ ਸਿਰ ਵਿੱਚ ਮੱਠਾ ਮੱਠਾ ਦਰਦ ਹੁੰਦਾ ਰਿਹਾ। ਦਰਦ ਤਾਂ ਹੋਣਾ ਹੀ ਸੀ। ਪਿਛਲੀਆਂ 3 ਰਾਤਾਂ ਤੋਂ ਮੱਛਰ ਨੇ ਮੇਰੀ ਨੀਂਦ ਵੱਢ ਕੇ ਖਾ ਲਈ ਸੀ। ਘਰ ਵਾਲੀ ਦਾ ਮੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਦਾ ਨੁਕਤਾ ਮੇਰੀ ਨੀਂਦ ਖਾ ਗਿਆ ਸੀ। ਘਰ ਦੇ ਬਾਕੀ ਤਿੰਨੇ ਜੀਅ ਸਾਰੀ ਰਾਤ ਸੁੱਤੇ ਰਹਿੰਦੇ। ਮੈਂ ਉੱਲੂ ਵਾਂਗ ਜਾਗਦਾ ਮੱਛਰਾਂ ਨਾਲ ਅਣਐਲਾਨੀ ਸਦਾਹਾਰੀ ਜੰਗ ਕਰਦਾ ਰਹਿੰਦਾ। ਘਰ ਵਿੱਚ ਕੁੱਲ 6 ਹੀ ਮੰਜੇ ਸਨ। 4 ਜੀਅ। 2 ਮੰਜਿਆਂ ਦੀਆਂ ਵਾਹੀਆਂ ਟੁੱਟੇ ਨੂੰ ਮਹੀਨੇ ਤੋਂ ਉੱਥੇ ਹੋ ਚੁੱਕਾ ਸੀ। ਉਹਨਾਂ ਪਿੱਛੇ ਵੀ ਘਰ ਵਾਲੀ ਮੇਰੇ ਨਾਲ ਕਈ ਵਾਰ ਲੜਾਈ ਕਰ ਚੁੱਕੀ ਸੀ। ਉਹਦੀ ਗੱਲ ਵੀ ਠੀਕ ਸੀ। ਜੇ ਵੇਲੇ ਕੁਵੇਲੇ ਕੋਈ ਰਿਸ਼ਤੇਦਾਰ ਆ ਜਾਏ ਤਾਂ ਬੜੀ ਮੁਸ਼ਕਿਲ ਹੋਣੀ ਸੀ। ਫਿਰ ਗਵਾਂਢੀਆਂ ਤੋਂ ਮੰਗ ਕੇ ਮੰਜਾ ਲਿਆਉਣਾ ਪੈਣਾ ਸੀ। ਬਾਕੀ ਜਿਹੜੇ ਮੰਜੇ ਸਹੀ ਸਨ ਉਹਨਾਂ ਵਿੱਚੋਂ ਇੱਕ ਦੀ ਦੌਣ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ। ਘਰ ਵਾਲੀ ਨੇ ਪਹਿਲਾਂ ਕਈ ਵਾਰ ਮੈਨੂੰ ਕਿਹਾ ਕਿ ਮੰਜੇ ਵਿੱਚ ਲਿਆ ਕੇ ਦੌਣ ਪਾ ਦਿਓ, ਪਰ ਮੇਰੇ ਕੰਨਾਂ 'ਤੇ ਜੂੰ ਨਾ ਸਰਕੀ। ਤਾਂ ਅੱਕ ਕੇ ਚੌਥੇ ਉਸਨੇ ਇਹ ਕਹਿੰਦੀ ਨੇ ਉਹੀ ਟੁੱਟੀ ਦੌਣ ਵਾਲਾ ਮੰਜਾ ਮੇਰੇ ਲਈ ਢਾ ਦਿੱਤਾ। ਜਦੋਂ ਤੁਸੀਂ ਪਾਓਗੇ ਤਾਂ ਤੁਹਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋਊ। ਦੌਣ ਪਾਣੀ ਤਾਂ ਸੌਖੀ ਸੀ, ਪਰ ਇਹਦੇ ਲਈ ਘਰ ਵਾਲੀ ਨੇ ਸ਼ਰਤ ਰੱਖ ਦਿੱਤੀ। ਦੌਣ ਦੁਪਹਿਰ ਤੋਂ ਪਹਿਲਾਂ ਪਾਉਣੀ ਚਾਹੀਦੀ ਆ, ਸ਼ਾਮ ਨੂੰ ਜਾਂ ਰਾਤ ਨੂੰ ਨਹੀਂ ਪਾਉਣੀ ਚਾਹੀਦੀ। ਇਹਨਾਂ ਵੇਲਿਆਂ ਵਿੱਚ ਤਾਂ ਦੌਣ ਨੂੰ ਵਲ ਪਾਉਣਾ ਵੀ ਮਾੜਾ ਹੈ। ਘਰ ਵਾਲੀ ਨੇ ਜਿਵੇਂ ਗੂੜ੍ਹੇ ਗਿਆਨ ਦੀ ਗੱਲ ਦੱਸੀ ਸੀ। ਕਿਤੇ ਨਹੀਂ ਪਰਲੋ ਆਉਂਦੀ ਸ਼ਾਮ ਜਾਂ ਰਾਤ ਨੂੰ ਦੌਣ ਪਾਇਆ। ਮੈਂ ਸਹਿਜ ਸੁਭਾਅ ਹੀ ਉਸਦੇ ਕਹੇ ਦਾ ਖੰਡਨ ਕਰ ਦਿੱਤਾ ਸੀ। ਪਰਲੋ ਦਾ ਤਾਂ ਉਦੋਂ ਪਤਾ ਲੱਗੂ ਜਦੋਂ ਰਾਤ ਨੂੰ ਫਿਰੇ ਕੰਧਾਂ ਕੌਲਿਆਂ ਨਾਲ ਵੱਜਦੇ। ਰਾਤ ਅੰਨਾ ਕਰ ਦਿੰਦੀ ਆ ਕਵੇਲੇ ਪਾਈ ਦੌਣ। ਸਿਆਣੇ ਤਾਂ ਕਹਿੰਦੇ ਨੇ ਕਵੇਲੇ ਦੌਣ ਪਾਉਣ ਵਾਲੇ ਦੇ ਘਰ ਕੁੜੀਆਂ ਜੰਮਦੀਆਂ ਨੇ। ਅਜੇ ਉਹ ਆਪਣਾ ਗਿਆਨ ਮੇਰੇ ਦਿਮਾਗ ਵਿੱਚ ਭਰ ਹੀ ਰਹੀ ਸੀ ਕਿ ਬਾਹਰ ਬੋਲਟ ਦਰਵਾਜ਼ੇ ਅੱਗੇ ਆ ਕੇ ਰੁਕਿਆ। ਮੈਂ ਦਰਵਾਜ਼ੇ ਵੱਲ ਤੁਰ ਪਿਆ। ਬੋਲਟ ਅਵਤਾਰ ਡਾਕਟਰ ਦਾ ਸੀ। ਉਹ ਹੋਰ ਪਤਾ ਨਹੀਂ ਕੀ ਸਿਆਣਪਾਂ ਦੀ ਗੁੜਤੀ ਮੈਨੂੰ ਦਿੰਦੀ ਜੇ ਉਸੇ ਸਮੇਂ ਡਾਕਟਰ ਅਵਤਾਰ ਗਾਂ ਨੂੰ ਦਵਾਈ ਦੇਣ ਨਾ ਆਉਂਦਾ। ਡਾਕਟਰ ਦੇ ਆਉਣ ਨਾਲ ਉਸ ਦਾ ਗਿਆਨ ਉਪਦੇਸ਼ ਬੰਦ ਹੋ ਗਿਆ ਅਤੇ ਮੈਂ ਸੁੱਖ ਦਾ ਸਾਹ ਲਿਆ ਸੀ। ਪਰ ਇਸੇ ਗਿਆਨ ਕਾਰਨ ਹੁਣ ਤੱਕ ਦੌਣ ਨਹੀਂ ਸੀ ਪਈ। ਸਵੇਰੇ ਦੁਕਾਨ ਬੰਦ ਹੁੰਦੀ ਸੀ। ਜਦੋਂ ਤੱਕ ਖੁੱਲ੍ਹਦੀ ਮੈਂ ਕੰਮ ਕਰਨ ਖੇਤਾਂ ਵੱਲ ਚਲਾ ਜਾਂਦਾ। ਸ਼ਾਮ ਤੱਕ ਮੁੜਦਾ ਤਾਂ ਉਦੋਂ ਤੱਕ ਦੌਣ ਪਾਉਣ ਦਾ ਵੇਲਾ ਲੰਘ ਚੁੱਕਾ ਹੁੰਦਾ। ਕਈ ਵਾਰ ਮੈਂ ਕਿਹਾ, ਦੌਣ ਜਗਮੀਤ ਤੋਂ ਮੰਗਾ ਲੈ, ਊਂ ਵੀ ਤਾਂ 20 ਵਾਰ ਜਾਂਦਾ ਹੈ ਬੋਤੇ ਵਾਂਗ ਮੂੰਹ ਚੁੱਕੀ ਦੁਕਾਨ ਮੂੰਹ ਮਾਰਨ।
ਪਰ ਉਹ ਪਤਾ ਨਹੀਂ ਕਿਉਂ ਮੈਨੂੰ ਚੰਗੀ ਤਰ੍ਹਾਂ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ 'ਤੇ ਤੁਲੀ ਹੋਈ ਹੈ। ਮੁੰਡਾ ਕਾਲਜ ਤੋਂ ਵੀ ਜਲਦੀ ਆ ਜਾਂਦਾ, ਅੱਧ ਵਿੱਚ ਤਾਂ ਘਰੇ ਹੁੰਦਾ, ਪਰ ਦੌਣ ਤਾਂ ਜਿਵੇਂ ਮੇਰੀ ਹੀ ਜ਼ਿੰਮੇਵਾਰੀ ਬਣ ਗਈ। 3 ਰਾਤਾਂ ਦੀ ਕਹਾਣੀ ਲਗਭਗ ਇੱਕੋ ਜਿਹੀ ਹੈ। ਹਰ ਰਾਤ ਮੈਂ ਕਿਸੇ ਤਰ੍ਹਾਂ ਟੁੱਟੀ ਦੌਣ ਵਾਲੇ ਮੰਜੇ 'ਤੇ ਮੱਛਰਦਾਨੀ ਲਾ ਲੈਂਦਾ ਹਾਂ। ਇਹ ਮੱਛਰ ਵੀ ਅੱਜ ਕੱਲ੍ਹ ਦੇ ਮੌਸਮ ਵਿੱਚ ਪਤਾ ਨਹੀਂ ਕਿੱਥੋਂ ਪੈਦਾ ਹੁੰਦਾ ਹੈ। ਬਾਹਰ ਤਾਂ ਹੋਣਾ ਹੀ ਹੈ, ਪਰ ਜੇ ਅੰਦਰ ਪਵੋ ਤਾਂ ਵੀ ਦਰਵਾਜ਼ੇ ਖਿੜਕੀਆਂ ਦੀਆਂ ਬਿਰਲਾਂ ਵਿੱਚੋਂ ਅੰਦਰ ਪੁੱਜ ਜਾਂਦਾ। ਅੰਦਰ ਤਾਂ ਵੈਸੇ ਵੀ ਨੀਂਦ ਨਹੀਂ ਆਉਂਦੀ ਮੈਨੂੰ, ਗਰਮੀ 'ਚ ਦਮ ਘੁੱਟਦਾ ਹੈ। ਪੱਖੇ ਦੀ ਗਰਮ ਹਵਾ ਪਿੰਡਾ ਸਾੜਦੀ ਹੈ। ਪਹਿਲਾਂ ਤੋਂ ਹੀ ਆਦਤ ਹੈ ਮੈਨੂੰ ਬਾਹਰ ਪੈਣ ਦੀ। ਪਿਛਲੀਆਂ 2 ਰਾਤਾਂ ਵਾਂਗ ਘਰ ਵਾਲੀ ਨੇ ਮੇਰਾ ਬਿਸਤਰਾ ਇਸ ਟੁੱਟੀ ਦੌਣ ਵਾਲੇ ਮੰਜੇ 'ਤੇ ਵਿਛਾ ਦਿੱਤਾ। ਮੈਂ ਮੱਛਰਦਾਨੀ ਲਾ ਲਈ। ਇਸ ਨੂੰ ਟੁੱਟੀ ਹੋਈ ਦੌਣ ਵਾਲੇ ਮੰਜੇ ਨਾਲੋਂ ਜੇ ਦੌਣਹੀਣਾ ਮੰਜਾ ਕਹਾਂ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਦੌਣ ਤਾਂ ਇਸ ਵਿੱਚ ਨਾਂ ਦੀ ਹੀ ਹੈ। ਬਸ 5-4 ਸਿੱਧੀਆਂ ਬੋਦੀਆਂ ਜਿਹੀਆਂ ਰੱਸੀਆਂ। ਜਿੰਨੀ ਦੇਰ ਮੈਂ ਜਾਗਦਾ ਰਿਹਾ ਬਚ ਕੇ ਪਿਆ ਰਿਹਾ। ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ ਤਾਂ ਮੇਰਾ ਪੈਰ ਬੋਦੀ ਹੋਈ ਦੌਣ ਦੀ ਰੱਸੀ 'ਤੇ ਰੱਖਿਆ ਗਿਆ। ਰੱਸੀ ਟੁੱਟਦੀ ਸਾਰ ਬਿਸਤਰਾ ਇੱਕ ਪਾਸਿਓਂ ਹੇਠਾਂ ਲਟਕ ਗਿਆ। ਮੱਛਰ ਤਾਂ ਜਿਵੇਂ ਹੜ੍ਹ ਦੇ ਪਾਣੀ ਵਾਂਗ ਡਾਫ ਲਾਈ ਖੜ੍ਹਾ ਸੀ, ਮੇਰੇ 'ਤੇ ਟੁੱਟ ਪਿਆ। ਜਦੋਂ ਮੱਛਰ ਦੇ ਹਮਲੇ ਨਾਲ ਜਾਗ ਖੁੱਲ੍ਹੀ ਤਾਂ ਮੈਂ ਚਾਦਰਾ ਉੱਪਰ ਲੈ ਲਿਆ। ਮੇਰੇ ਕੋਲ ਹੀ ਨੇੜਲੇ ਮੰਜੇ 'ਤੇ ਘਰ ਵਾਲੀ ਅਤੇ ਉਸ ਤੋਂ ਅਗਲੇ ਮੰਜੇ 'ਤੇ ਮੇਰਾ ਮੁੰਡਾ ਜਗਮੀਤ ਪਿਆ ਹੈ। ਕੁੜੀ ਅੰਦਰ ਪਈ ਹੈ। ਜਗਮੀਤ ਦੇ ਪਾਸਾ ਬਦਲਣ ਨਾਲ ਮੰਜਾ ਖੜਕਿਆ। ਮੈਨੂੰ ਜਗਮੀਤ 'ਤੇ ਖਿੱਚ ਚੜ੍ਹੀ। ਇਸੇ ਕਾਰਨ ਭੁਗਤ ਰਿਹਾ ਮੈਂ ਇਹ ਬੇਰਹਿਮੀ। ਨਾ ਇਹ ਪਿਛਲੇ ਮਹੀਨੇ ਰੇੜਾ ਚੜ੍ਹਾ ਕੇ 2 ਮੰਜਿਆਂ ਦੀਆਂ ਬਾਹੀਆਂ ਤੋੜਦਾ, ਨਾ ਮੈਨੂੰ ਇਹ ਟੁੱਟੀ ਦੌਣ ਵਾਲੇ ਮੰਜੇ 'ਤੇ ਪੈਣਾ ਪੈਂਦਾ। ਈਤੋਂ ਬੋਕ ਤੋਂ ਬੱਚਾ ਨਹੀਂ ਸੰਭਾਲਿਆ ਗਿਆ। 2 ਮੰਜਿਆਂ ਦੀਆਂ ਬਾਹੀਆਂ ਟੁੱਟ ਗਈਆਂ। ਮੈਂ ਕਿਹਾ ਸੀ ਕਿ ਇਹਨਾਂ ਟੁੱਟੇ ਮੰਜਿਆਂ ਵਿੱਚੋਂ ਇੱਕ ਦੀ ਦੌਣ ਕੱਢ ਕੇ ਪਾ ਲੈਣਾ, ਪਰ ਘਰ ਵਾਲੀ ਨਹੀਂ ਮੰਨਦੀ। ਕਹਿੰਦੀ ਇਹਦੇ ਵਿੱਚ ਨਵੀਂ ਦੌਣ ਪਾਓ, ਦੂਜੇ ਮੰਜੇ ਮਿਸਤਰੀ ਨੂੰ ਬੁਲਾ ਕੇ ਠੀਕ ਕਰਵਾਓ। ਕਈ ਵਾਰ ਕਿਹਾ ਵੀ ਰਘਵੀਰ ਮਿਸਤਰੀ ਨੂੰ, ਪਰ ਉਹ ਵੀ ਮੀਣਾ ਜਾਂ ਕਰ ਦੂੰ ਕਹਿ ਕੇ ਮੁੜ ਨਹੀਂ ਪੌੜਿਆ। ਮੈਂ ਚਾਦਰਾ ਲੈ ਕੇ ਲੰਮਾ ਪੈ ਗਿਆ। ਚਾਦਰਾ ਉੱਪਰ ਲੈਣ ਨਾਲ ਗਰਮੀ ਕਾਰਨ ਸਾਹ ਬੰਦ ਹੋਣ ਨੂੰ ਆਵੇ। ਮੈਂ ਉੱਠ ਬੈਠਾ ਅਤੇ ਮੱਛਰਦਾਨੀ ਖੋਲ੍ਹ ਕੇ ਝਾੜੀ। ਫਿਰ ਸੋਚਿਆ ਬਿਸਤਰਾ ਠੀਕ ਤਰ੍ਹਾਂ ਵਿਛਾ ਕੇ ਮੱਛਰਦਾਨੀ ਦੁਬਾਰਾ ਲਾ ਲਵਾਂ, ਪਰ ਜਦੋਂ ਮੈਂ ਬਿਸਤਰਾ ਠੀਕ ਕਰਕੇ ਵਿਛਾਉਣ ਲੱਗਾ ਤਾਂ ਦੌਣ 2 ਥਾਂ ਤੋਂ ਟੁੱਟੀ ਹੋਈ। ਮੈਂ ਘਰ ਵਾਲੀ ਵੱਲ ਵੇਖਿਆ। ਉਹ ਘਰਾੜੇ ਮਾਰ ਰਹੀ ਸੀ, ਪਰ ਮੇਰਾ ਹੌਸਲਾ ਨਾ ਪਿਆ ਦੌਣ ਨੂੰ ਗੱਠ ਦੇਣ ਦਾ। ਪਰਸੋਂ ਇਸੇ ਤਰ੍ਹਾਂ ਘਰ ਵਾਲੀ ਨੂੰ ਸੁੱਤੀ ਸਮਝ ਕੇ ਮੈਂ ਦੌਣ ਨੂੰ ਗੱਠ ਦੇਣ ਹੀ ਲੱਗਾ ਸੀ ਕਿ ਉਹਦੀ ਅੱਖ ਖੁੱਲ੍ਹ ਗਈ। ਫਿਰ ਤਾਂ ਮੈਂ ਜਾਣਦਾ ਕਿ ਕਿਹੜੀ ਕੁਪੱਤ ਕੀਤੀ ਸੀ ਉਸਨੇ ਮੇਰੀ। ਦੋਵੇਂ ਨਿਆਣੇ ਮਾਂ ਦੀ ਆਵਾਜ਼ ਸੁਣ ਕੇ ਜਾਗ ਪਏ, ਪਰ ਮੈਂ ਜਾਗਦਾ ਹੀ ਸੌਂ ਗਿਆ ਸੀ। ਉਹ ਕਾਫੀ ਦੇਰ ਬੋਲਦੀ ਰਹੀ, ਨਾਲੇ ਮੇਰੀ ਘਰ 'ਤੇ ਆਉਣ ਵਾਲੀ ਪੀੜ੍ਹੀਆਂ ਪ੍ਰਤੀ ਵਫਾਦਾਰੀ ਦੀ ਘਾਟ ਦਾ ਉਲਾਂਭਾ ਦਿੰਦੀ ਰਹੀ ਸੀ। ਇਸੇ ਲਈ ਮੇਰਾ ਹੌਸਲਾ ਨਾ ਪਿਆ ਅੱਜ ਗੱਠ ਦੇਣ ਦਾ। ਘਰ ਵਾਲੀ ਤੋਂ ਹੀ ਨਹੀਂ ਡਰਦਾ ਤਾਂ ਮੈਂ ਰਾਤ ਅੰਨਾ ਹੋਣ ਤੋਂ ਵੀ ਸੀ, ਹੋਰ ਨਾ ਕਿਤੇ ਰਾਤ ਨੂੰ ਦਿਸਣੋਂ ਹੀ ਹਟ ਜਾਵੇ। ਮੈਂ ਉਸੇ ਤਰ੍ਹਾਂ ਚਾਦਰਾ ਲੈ ਕੇ ਲੰਮਾ ਪੈ ਗਿਆ, ਪਰ ਗਰਮੀ ਕਾਰਨ ਨੀਂਦ ਨਾ ਆਵੇ। ਆਖਰ ਇੱਕ ਹੱਲ ਲੱਭਿਆ। ਬਿਸਤਰਾ ਦੌਣ ਦੇ ਆਰੰਭ ਤੋਂ ਮੋੜ ਕੇ ਦੌਣ ਬਾਹਰ ਛੱਡ ਕੇ ਮੈਂ ਮੱਛਰਦਾਨੀ ਦੱਬ ਲਈ। ਮੱਛਰ ਤਾਂ ਅੰਦਰ ਨਾ ਆਇਆ ਅਤੇ ਮੈਂ ਲੱਤਾਂ ਮੋੜ ਕੇ ਗੱਠ ਜਿਹੀ ਬਣ ਕੇ ਲੰਮਾ ਪੈ ਗਿਆ। ਦਿਨ ਦਾ ਥੱਕਿਆ ਹੋਣ ਕਾਰਨ ਝੋਲੀ ਬਣੇ ਮੰਜੇ 'ਤੇ ਵੀ ਨੀਂਦ ਆ ਗਈ। ਥੋੜ੍ਹੀ ਦੇਰ ਬਾਅਦ ਫਿਰ ਜਾਗ ਖੁੱਲ੍ਹ ਗਈ ਜਦੋਂ ਮੇਰੀ ਲੱਤ ਸਿੱਧੀ ਹੋ ਗਈ। ਮੱਛਰ ਫਿਰ ਅੰਦਰ ਵੜ ਗਿਆ। ਉਦੋਂ ਤੱਕ ਹਵਾ ਵਿੱਚ ਥੋੜ੍ਹੀ ਜਿਹੀ ਠੰਡਕ ਆ ਗਈ ਸੀ। ਮੈਂ ਚਾਦਰਾ ਸਿਰ ਤੱਕ ਖਿੱਚ ਲਿਆ। ਨੀਂਦ ਤਾਂ ਨਾ ਆਈ, ਪਰ ਰਾਤ ਗੁਜ਼ਰ ਗਈ। ਸਵੇਰੇ ਉੱਠ ਕੇ ਚਾਹ ਪਾਣੀ ਪੀ ਕੇ ਜਦੋਂ ਖੇਤ ਵੱਲ ਤੁਰਨ ਲੱਗਾ ਤਾਂ ਸੋਚਿਆ ਮੰਜੇ ਦੀ ਟੁੱਟੀ ਦੌਣ ਨੂੰ ਹੁਣੇ ਗੱਠ ਮਾਰ ਜਾਵਾਂ। ਘਰ ਵਾਲੀ ਨੇ ਬਿਸਤਰਾ ਇਕੱਠਾ ਕਰ ਦਿੱਤਾ ਸੀ। ਮੈਂ ਦੌਣ ਨੂੰ ਗੰਢ ਦੇ ਕੇ ਫੇਰ ਬਿਸਤਰਾ ਵਿਛਾ ਕੇ ਵੇਖਣ ਲੱਗਾ ਅਤੇ ਤਸੱਲੀ ਕਰ ਲਈ। ਸਾਰਾ ਦਿਨ ਖੇਤ ਵਿੱਚ ਲੰਘ ਗਿਆ।
ਸ਼ਾਮ ਨੂੰ ਅਜੇ ਘਰ ਵੜਿਆ ਹੀ ਸੀ ਕਿ ਘਰ ਵਾਲੀ ਬੋਲੀ, ਦੌਣ ਹੁਣੇ ਲਿਆ ਕੇ ਰੱਖ ਲਵੋ, ਸਵੇਰੇ ਪਾ ਲਿਓ, ਫੇਰ ਸਵੇਰੇ ਲਾਲਾ ਨਹੀਂ ਮਿਲਦਾ ਹੱਟੀ ਵਿੱਚ। ਮੈਂ ਸੁਣ ਕੇ ਦੁਕਾਨ ਵੱਲ ਤੁਰ ਪਿਆ। ਦੌਣ ਖਰੀਦ ਕੇ ਘਰ ਆ ਕੇ ਦੌਣ ਵਿਹੜੇ ਵਿੱਚ ਕੰਧ ਉੱਤੇ ਲੱਗੇ ਕੀਲੇ ਉੱਤੇ ਟੰਗ ਦਿੱਤੀ। ਸੂਰਜ ਛਿਪਿਆ ਤਾਂ ਘਰ ਵਾਲੀ ਨੇ ਫੇਰ ਉਹੀ ਟੁੱਟੀ ਦੌਣ ਵਾਲਾ ਮੰਜਾ ਮੇਰੇ ਲਈ ਢਾਹ ਦਿੱਤਾ। ਪਿਛਲੇ 4 ਦਿਨਾਂ ਤੋਂ ਤਿੰਨੇ ਜੀ ਮੇਰੇ ਤੋਂ ਪਹਿਲਾਂ ਮੰਜੇ ਮੱਲ ਲੈਂਦੇ ਨੇ, ਜਿਵੇਂ ਤਿੰਨਾਂ ਨੇ ਕੋਈ ਸਲਾਹ ਕੀਤੀ ਹੋਵੇ। ਸਵੇਰ ਦੀਆਂ ਦਿੱਤੀਆਂ ਗੱਠਾਂ ਕਾਰਨ ਮਨ ਨੂੰ ਤਸੱਲੀ ਹੋਈ। ਮੱਛਰਦਾਨੀ ਬੜੀ ਸਾਵਧਾਨੀ ਨਾਲ ਬਿਸਤਰੇ ਹੇਠ ਦੱਬ ਲਈ, ਪਰ ਘੰਟੇ ਕੁ ਦੀ ਨੀਂਦ ਤੋਂ ਬਾਅਦ ਫੇਰ ਰੱਸੀ ਟੁੱਟ ਗਈ। ਉਹੀ ਪਿਛਲੀਆਂ ਰਾਤਾਂ ਵਾਲਾ ਸੰਘਰਸ਼ ਸ਼ੁਰੂ ਹੋ ਗਿਆ। ਕੰਧ ਉੱਤੇ ਕੀਲੇ 'ਤੇ ਲਟਕਦੀ ਦੌਣ ਵੇਖ ਕੇ ਮੇਰਾ ਮਨ ਕਰੇ ਕਿ ਨਵੀਂ ਦੌਣ ਪਾ ਲਵਾਂ, ਪਰ ਹੌਸਲਾ ਨਾ ਪਿਆ। ਮੈਂ ਨੇੜਲੇ ਮੰਜੇ 'ਤੇ ਪਏ ਜਗਮੀਤ ਵੱਲ ਵੇਖਿਆ। ਮੇਰਾ ਤਾਂ ਮੁੰਡਾ ਹੈ, ਮੈਂ ਸੋਚਿਆ। ਫਿਰ ਇਹ ਸੋਚ ਕੇ ਰੁਕ ਗਿਆ ਕਿ ਕਿਤੇ ਜਗਮੀਤ ਦੇ ਕੁੜੀਆਂ। ਫਿਰ ਪਤਾ ਨਹੀਂ ਕਦੋਂ ਮੇਰੀ ਸੋਚ ਵੀਰੇ ਅਤੇ ਹੋਰ 2-2 3-3 ਕੁੜੀਆਂ ਵਾਲਿਆਂ 'ਤੇ ਚਲੇ ਗਈ। ਫਿਰ ਆਪਣੇ ਸਰੀਕੇ ਵਿੱਚੋਂ ਲੱਗਦੇ ਚਾਚੇ ਦੇ ਮੁੰਡੇ ਜਰਨੈਲ ਬਾਰੇ ਸੋਚਿਆ, ਜੋ ਸ਼ਹਿਰ ਰਹਿੰਦਾ ਹੈ, ਜਿਸ ਦੇ 4 ਕੁੜੀਆਂ ਹੀ ਹਨ। ਪਰ ਉਹ ਤਾਂ ਕੀ, ਉਸ ਦੇ ਤਾਂ ਪਿਓ ਨੇ ਵੀ ਕਦੇ ਮੰਜੇ 'ਤੇ ਪੈ ਕੇ ਨਹੀਂ ਵੇਖਿਆ ਹੋਣਾ। ਉਹਨਾਂ ਨੇ ਦੌਣ ਕਦੋਂ ਪਾ ਲਈ ਕਵੇਲੇ? ਉਹਨਾਂ ਦੇ ਤਾਂ ਬੈੱਡ ਨੇ। ਮੇਰੀ ਸੋਚ ਨੇ ਕਾਢ ਕੱਢੀ, ਮੇਰਾ ਫਿਰ ਵੀ ਦੌਣ ਪਾਉਣ ਦਾ ਹੌਸਲਾ ਨਾ ਪਵੇ। ਕਦੇ ਮੈਨੂੰ ਕੁੜੀਆਂ ਡਰਾਉਣ, ਕਦੇ ਰਾਤ ਦਾ ਅੰਨ੍ਹਾਪਣ। ਫਿਰ ਸੋਚਿਆ ਕਿ ਕਿਹੜੀ ਗੱਲੋਂ ਕੁੜੀਆਂ ਮੁੰਡਿਆਂ ਤੋਂ ਮਾੜੀਆਂ ਨੇ। ਹੁਣ ਤਾਂ ਸਗੋਂ ਹਰ ਖੇਤਰ ਵਿੱਚ ਕੁੜੀਆਂ ਮੁੰਡਿਆਂ ਤੋਂ ਵੱਧ ਕੇ ਨੇ। ਦੂਜੀ ਰਹੀ ਰਾਤ ਅੰਨ੍ਹਾ ਹੋਣ ਦੀ ਗੱਲ, ਤਾਂ ਮੈਂ ਕਿਹੜਾ ਰਾਤ ਨੂੰ ਸੂਈ ਵਿੱਚ ਧਾਗਾ ਪਾਉਣਾ ਜਾਂ ਰੌਲ ਲਾਉਣੀ ਆ। ਇਸੇ ਤਰ੍ਹਾਂ ਘੰਟਾ ਕੁ ਸੋਚ ਦੇ ਘੋੜੇ ਭੱਜਦੇ ਰਹੇ। ਕਦੇ ਮੇਰਾ ਮਨ ਦੌਣ ਪਾਉਣ ਨੂੰ ਕਰਦਾ, ਪਰ ਫਿਰ ਮੈਂ ਡਰ ਜਾਂਦਾ। ਆਖਰ 11 ਕੁ ਵਜੇ ਮੈਂ ਘਰ ਵਾਲੀ ਦੇ ਮੰਜੇ ਵੱਲ ਨੂੰ ਤੁਰ ਪਿਆ। ਉਹ ਕੂਕ ਸੁੱਤੀ ਪਈ ਸੀ। ਮੈਨੂੰ ਤਸੱਲੀ ਹੋਈ। ਮੈਂ ਜਾ ਕੇ ਕੀਲੇ ਤੋਂ ਦੌਣ ਲਾਹ ਲਈ। ਸਾਹਮਣੇ ਰੋਸ਼ਨਦਾਨ ਵਿੱਚੋਂ ਚੰਦ ਦਾ ਚਾਨਣ ਅੰਦਰ ਕੰਧ ਘੜੀ 'ਤੇ ਪੈ ਰਿਹਾ ਸੀ, ਜਿਸ ਦੀਆਂ ਸੂਈਆਂ 11 ਵਜਾ ਰਹੀਆਂ ਸੀ। ਦੌਣ ਚੁੱਕ ਕੇ ਮੈਂ ਫੇਰ ਘਰ ਵਾਲੀ ਵੱਲ ਵੇਖਿਆ। ਉਹ ਮੇਰੇ ਵੱਲ ਪਿੱਠ ਕਰੀ ਪਈ ਸੀ। ਮੈਂ ਦੌਣ ਪਾਉਣੀ ਸ਼ੁਰੂ ਕਰ ਦਿੱਤੀ। ਅਚਾਨਕ ਮੰਜਾ ਖੜਕਿਆ। ਮੈਂ ਵੇਖਿਆ ਘਰ ਵਾਲੀ ਨੇ ਕਰਵਟ ਬਦਲ ਲਈ ਸੀ। ਉਹਦਾ ਮੂੰਹ ਹੁਣ ਮੇਰੇ ਵੱਲ ਸੀ। ਮੈਂ ਉਸੇ ਤਰ੍ਹਾਂ ਦੌਣ ਸਮੇਤ ਲੰਮਾ ਪੈ ਗਿਆ। ਦੌਣ ਮੇਰੇ ਗਲ ਵਿੱਚ ਫਸ ਗਈ। ਮੇਰਾ ਮਨ ਕਰਦਾ ਕਿ ਇਸੇ ਦੌਣ ਨਾਲ ਗਲ ਫਰਾਹਾ ਲੈ ਕੇ ਦਰੱਖਤ ਨਾਲ ਲਟਕ ਜਾਵਾਂ। ਮੈਨੂੰ ਜਾਪਿਆ ਜਿਵੇਂ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਰਿਹਾ ਹੋਵੇ। ਮੈਨੂੰ ਆਪਣਾ ਆਲਾ ਦੁਆਲਾ ਧੁੰਦਲਾ ਜਿਹਾ ਦਿਸਿਆ। ਮੇਰਾ ਦਿਲ ਅਣਜਾਣ ਡਰ ਨਾਲ ਭਰ ਗਿਆ। ਮੈਂ ਅੱਖਾਂ ਝਪਕੀਆਂ ਅਤੇ ਅੱਖਾਂ ਬੰਦ ਕਰਕੇ 5-7 ਕੁ ਮਿੰਟ ਪਿਆ ਰਿਹਾ। ਮੱਛਰ ਨੇ ਬਹੁਤੀ ਦੇਰ ਮੈਨੂੰ ਇਸ ਤਰ੍ਹਾਂ ਵੀ ਪੈਣ ਨਾ ਦਿੱਤਾ। ਜਦੋਂ ਮੈਂ ਦੁਬਾਰਾ ਅੱਖਾਂ ਖੋਲ੍ਹੀਆਂ ਤੇ ਮੇਰੀ ਨਜ਼ਰ ਠੀਕ ਸੀ, ਮੈਂ ਤਾਰਿਆਂ ਵੱਲ ਤੱਕਿਆ। ਸਾਰੇ ਛੋਟੇ ਵੱਡੇ ਤਾਰੇ ਮੈਨੂੰ ਸਾਫ਼ ਨਜ਼ਰ ਆਏ। ਮੇਰੇ ਮਨ ਨੂੰ ਤਸੱਲੀ ਹੋਈ। ਕੁਝ ਨਹੀਂ ਹੁੰਦਾ, ਇਹ ਸਭ ਵਹਿਮ ਨੇ। ਮੇਰੇ ਮਨ ਦੇ ਕਿਸੇ ਹਿੱਸੇ ਵਿੱਚੋਂ ਸੋਚ ਜਾਗੀ। ਅੱਧੇ ਕੁ ਘੰਟੇ ਬਾਅਦ ਘਰ ਵਾਲੀ ਨੇ ਫਿਰ ਕਰਵਟ ਲੈ ਕੇ ਮੇਰੇ ਵੱਲ ਪਿੱਠ ਕਰ ਲਈ। ਮੈਂ ਉੱਠ ਕੇ ਉਸ ਦੇ ਸੁੱਤੀ ਹੋਣ ਦੀ ਤਸੱਲੀ ਕੀਤੀ ਅਤੇ ਛੇਤੀ ਪੂਰੀ ਦੌਣ ਕੱਸ ਲਈ ਅਤੇ ਮੱਛਰਦਾਨੀ ਲਾ ਕੇ ਲੰਮਾ ਪੈ ਗਿਆ। ਕਸੇ ਮੰਜੇ 'ਤੇ ਛੇਤੀ ਹੀ ਨੀਂਦ ਆ ਗਈ। ਟਲੇ ਨਹੀਂ ਫਿਰ ਕਰਤੀ ਉਹੀ ਕਰਤੂਤ। ਸਵੇਰੇ ਘਰ ਵਾਲੀ ਨੇ ਹਲੂਣਦਿਆਂ ਕਿਹਾ। ਕਿਹੜੀ ਕਰਤੂਤ? ਮੈਂ ਪੁੱਛਿਆ। ਆਹੀ ਦੌਣ ਪਾਤੀ ਰਾਤ ਨੂੰ। ਉਹ ਦੌਣ ਦੀ ਰੱਸੀ ਫੜਦੀ ਹੋਈ ਗੁੱਸੇ ਨਾਲ ਬੋਲੀ। ਰਾਤ ਨੂੰ ਕਾਹਨੂੰ ਪਾਈ ਆ? ਤੜਕੇ ਪਾਈ ਆ 4 ਵਜੇ। ਮੈਂ ਕਿਹਾ। ਚਲੋ ਸ਼ੁਕਰ ਆ, ਨਹੀਂ ਤਾਂ। ਕਹਿੰਦੀ ਹੋਈ ਉਹ ਰਸੋਈ ਵਿੱਚ ਵੜ ਗਈ। ਧੰਨਵਾਦ ਜੀ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।